ਵਾਲੇਕਮ ਦੋਸਤੋ। ਲਓ ਜੀ ਦੋਸਤੋ, ਅਸੀਂ ਅੱਜ ਮੌਜੂਦ ਆ ਜੀ ਬੂਰੇ ਵਾਲੇ ਇਲਾਕੇ ਦੇ ਅੰਦਰ ਤੇ ਜ਼ਿਲ੍ਹਾ ਵਿਹਾੜੀ। ਇੱਥੇ HBL ਜ਼ਰੀ ਸਰਵਿਸ ਵਾਲਿਆਂ ਦੀ ਮਸ਼ੀਨ ਆਈ ਆ, ਹਾਰਵੈਸਟਰ ਔਰ 0 ਮੀਟਰ ਹਾਰਵੈਸਟਰ ਆਈ ਆ ਔਰ ਇੱਥੇ ਆਣ ਕੇ ਹਾਰਵੈਸਟ ਕਰ ਰਹੀ ਆ ਇਹਦੀ ਮੱਕੀ ਦੀ। ਤੇ ਇਹਨਾਂ ਦੇ ਜਿਹੜੇ ਓਨਰ ਨੇ, ਮੈਨੇਜਰ ਸਾਹਿਬ ਨੇ ਸਾਡੇ ਨਾਲ ਮੌਜੂਦ ਨੇ, ਆਸਫ ਸੰਧੂ ਸਾਹਿਬ। ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਇਸ ਮਸ਼ੀਨ ਦੇ ਬਾਰੇ ਮੁਕੰਮਲ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ। अस्सलाम वालेकुम जी। वालेकुम सलाम। सब तो पहले तो भाईजान अपना तारफ करवाओ, फिर अपनी कंपनी का तारफ करवाओ। मैं आसिफ संधू और असी मौजूद हाँ बूरे वाला और कंपनी मेरी है HBL ਜ਼ਰਈ ਸਰਵਿਸਿਜ਼। ਅਸੀਂ ਜਿਹੜਾ ਮਸ਼ੀਨਰੀ ਦੀ ਸਰਵਿਸਿਜ਼ ਦੇ ਰਹੇ ਹਾਂ ਹਾਰਵੈਸਟਿੰਗ ਦੀ ਜ਼ਿਮੀਂਦਾਰ ਨੂੰ। ਔਰ ਬੂਰੇ ਵਾਲਾ ਏਰੀਆ ਦੇ ਅੰਦਰ ਅਸੀਂ ਇੱਕ ਫਾਰਮ ਉੱਤੇ ਮਕਈ ਦੀ ਹਾਰਵੈਸਟਿੰਗ ਕਰ ਰਹੇ ਹਾਂ। ਔਰ ਸਾਡਾ ਇਹ ਜਿਹੜਾ ਸਾਡੇ ਪਿੱਛੇ ਇੱਕ ਸ਼ਾਹਕਾਰ ਨਜ਼ਰ ਆ ਰਿਹਾ ਹੈ, ਇਹ ਮਸ਼ੀਨ ਦੁਨੀਆ ਦੀ ਜਦੀਦ ਤਰੀਨ ਮਸ਼ੀਨ ਹੈ ਜਿਹੜੀ ਪਾਕਿस्तान 'ਚ अपनी नोयत की पहली मशीन है जिसके अंदर जदीद थ्रैशिंग सिस्टम है, डबल ड्रम है थ्रैशिंग का, ताकि कोई दाना तुक्के दे नाल ना जाए। अगे हैडर के नीचे कटर लगे ने जोड़े टांडे नूं कट के ज़मीन 'च मिक्स करते हैं। तुसीं देखो कि नाल ज़मीन की तैयारी हो रही है, अगली फसल की जनाब पनीरी की शिफ्टिंग हो रही है राइस की। पिछे श्रैडर लगा होया जिहड़ा कवर नूं या तुक्के नूं क्रश करके ज़मीन के अंदर शामिल करता है। इस फसल के टांडे अंदर तुक्के अंदर वो सारियां खादां दी बाकियात मौजूद ने ਜਿਹੜੀਆਂ ਉਹਨੇ ਇਸਤੇਮਾਲ ਕੀਤੀਆਂ ਸਾਡੇ ਜ਼ਿਮੀਂਦਾਰ ਨੇ, ਔਰ ਦੁਬਾਰਾ ਇਹਦੇ ਅੰਦਰ ਮਿਕਸ ਹੋ ਕੇ ਜ਼ਮੀਨ ਦੀ ਜ਼ਰਖੇਜ਼ੀ 'ਚ ਇਜ਼ਾਫਾ ਕਰਦੀਆਂ ਨੇ। ਇਸ ਮਸ਼ੀਨ ਦਾ ਟੈਂਕ 135 ਮਣ ਹੈ ਤਾਕਿ ਜ਼ਿਆਦਾ ਜਿਹੜਾ ਨਾ ਏਰੀਆ ਨੂੰ ਕਵਰ ਕਰਕੇ ਇੱਕ ਹੀ ਦਫਾ ਅਨਲੋਡ ਕਰਨ ਵਾਸਤੇ ਆਏ, ਬਾਰ-ਬਾਰ ਜ਼ਮੀਨ ਦੀ ਕੰਪੈਕਸ਼ਨ ਵੀ ਨਾ ਹੋਏ। ਉਹ ਸਾਰੀ ਇਹ ਲੇਟੈਸਟ ਮਸ਼ੀਨ ਜਿਹਦੀਆਂ ਸਰਵਿਸਿਜ਼ ਸਾਡੇ ਜ਼ਿਮੀਂਦਾਰ ਨੂੰ HBL ਜ਼ਰਈ ਸਰਵਿਸਿਜ਼ ਵੱਲੋਂ ਮਿਲ ਰਹੀਆਂ ਨੇ। ਇਹਦੇ ਉੱਤੇ ਲਿਖਿਆ ਹੋਇਆ ਸੁਪਰ ਲਾਸ ਰਿਡਕਸ਼ਨ ਦਾ ਮਤਲਬ ਇਹ ਆ ਕਿ ਬਿਲਕੁਲ ਨੁਕਸਾਨ ਦੀ ਹਰ ਸੂਰਤ ਜਿਹੜੀ ਹੈ ਉਹਦੇ ਤੋਂ ਅਸੀਂ ਉਹਦਾ ਅਜ਼ਾਲਾ, ਨੁਕਸਾਨ ਤੋਂ ਬਚਤ ਹੈ ਹਰ ਤਰ੍ਹਾਂ। ਜਿਹੜਾ ਸਾਡਾ ਦਾਣਾ, ਜਿਹੜੀ ਸਾਡੀ ਫਸਲ, ਅਨਾਜ ਹਾਰਵੈਸਟਿੰਗ ਦੇ ਦੌਰਾਨ ਜ਼ਾਇਆ ਹੁੰਦਾ ਹੈ, ਉਹਦੇ ਤੋਂ ਅਸੀਂ ਕਿਵੇਂ ਬਚ ਸਕਨੇ ਆ। ਸਾਨੂੰ ਜਦੀਦ ਮਸ਼ੀਨਾਂ ਦੇ ਨਾਲ ਹੀ ਆਪਣੀ ਹਾਰਵੈਸਟਿੰਗ ਕਰਾਉਣੀ ਚਾਹੀਦੀ ਹੈ। ਪੂਰਾ ਸੀਜ਼ਨ ਅਗਰ ਸਾਡਾ ਜ਼ਿਮੀਂਦਾਰ ਆਪਣੀ ਫਸਲ ਤੇ ਮਿਹਨਤ ਕਰਦਾ ਹੈ, ਖਾਦਾਂ, ਅਦਵਿਆਤ, ਬੀਜ, ਪਾਣੀ, ਜ਼ਮੀਨ ਦੀ ਤਿਆਰੀ, ਫਿਰ ਉਹਦੀ ਕਟਾਈ, ਫਿਰ ਉਹਦਾ ਆਪਣਾ ਜਿਹੜਾ ਟਾਈਮ ਉਹਦੇ ਉੱਤੇ ਲੱਗਦਾ ਹੈ, ਉਹ ਸਾਰੇ ਦੀ ਇੱਕ ਵੈਲਿਊ ਹੈ। ਉਹ ਆਪਣਾ ਸਾਰੀ ਜਿਹੜੀ ਇਨਵੈਸਟਮੈਂਟ ਹੈ ਉਹ ਇਹ ਟਾਈਮ ਹੁੰਦਾ ਹੈ ਕਿ ਉਹਨੂੰ ਉਹਦਾ ਪੇ ਬੈਕ ਆਉਣਾ ਹੈ। ਠੀਕ ਹੈ, ਉਹਦੇ ਉੱਤੇ ਅਸੀਂ ਅਲਹਮਦੁਲਿਲਾ ਬ੍ਰੈਂਡ ਨਿਊ ਮਸ਼ੀਨ ਦੇ ਨਾਲ ਸਾਡੇ ਜ਼ਿਮੀਂਦਾਰ ਮੌਜੂਦ ਨੇ। ਤੁਸੀਂ ਫੀਲਡ 'ਚ ਵੀ ਜਾ ਕੇ ਦੇਖੋ ਕਿ ਬਿਲਕੁਲ ਕੋਈ ਦਾਣਾ, ਕੋਈ ਛੱਲੀ ਜ਼ਾਇਆ ਨਹੀਂ ਹੋ ਰਹੀ, ਬਲਕਿ ਸਾਰੀ ਹਾਰਵੈਸਟ ਹੋ ਕੇ ਤੇ ਸਾਡੇ ਕਿਸਾਨ ਨੂੰ ਮਿਲ ਰਹੀ ਹੈ। ਅੱਛਾ ਆਸਫ ਭਾਈ, ਸਾਡੇ ਕਿਸਾਨਾਂ ਦਾ ਇੱਕ ਜਿਹੜਾ ਨਾ ਬੜਾ ਸਵਾਲ ਹੁੰਦਾ ਸੀ ਜਦੋਂ ਅਕਸਰ ਗੰਦਮ ਦੀ ਕਟਾਈ ਜਾਂ ਮੱਕੀ ਦੀ ਕਟਾਈ ਆਉਂਦੀ ਸੀ ਜੀ, ਇਹ ਉਹ ਹਾਰਵੈਸਟਾਂ ਜਿਹੜੀਆਂ ਆਉਂਦੀਆਂ ਨੇ ਤਕਰੀਬਨ, ਇਹ ਕਹਿ ਲਓ ਵੀ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਮਸ਼ੀਨ ਵਾਲੇ ਵੀ ਮੰਨਦੇ ਨੇ, ਤਕਰੀਬਨ 9 ਤੋਂ 10 ਮਣ ਜਿਹੜੀ ਆ ਉਹ ਗੰਦਮ ਚਾਹੇ ਮੂੰਜੀ ਚਾਹੇ ਮੱਕੀ ਕਹਿ ਲਓ, ਖੇਤ ਦੇ ਅੰਦਰ ਹੀ ਜਿਹੜੀ ਉਹ ਜ਼ਾਇਆ ਕਰ ਜਾਂਦੀ ਸੀ, ਯਾਨੀ ਕਿ ਪਲੀ ਪਲੋਸੀ ਤਿਆਰ ਫਸਲ। ਤੇ ਆਇਆ ਕਿ ਇਹ ਜਿਹੜੀ ਮਸ਼ੀਨ ਆ ਉਹ 8-10 ਮਣ ਦੀ ਬਚਤ ਕਰਦੀ ਆ। ਹਾਂ ਬਿਲਕੁਲ ਤੁਸੀਂ ਸਹੀ ਕਿਹਾ, ਔਰ ਇਹ ਹਕੀਕਤ ਹੈ। ਜਿਹੜੀਆਂ ਸਾਡੇ ਕੋਲ ਬਦਕਿਸਮਤੀ ਨਾਲ ਬ੍ਰੈਂਡ ਨਿਊ ਮਸ਼ੀਨਾਂ, ਮੈਂ ਤੇ ਜਨਾਜ਼ਾ ਕਹਾਂਗਾ, ਜਨਾਜ਼ਾ ਇਸ ਤਰ੍ਹਾਂ ਕਹਾਂਗਾ ਕਿ ਦੇਖੋ ਨਾ, ਜਿੰਨੇ ਕਿਸਾਨ ਦਾ ਉਹ ਸਾਰਾ ਨੁਕਸਾਨ ਔਰ ਅਸੀਂ ਅੱਖਾਂ ਨਾਲ ਦੇਖਿਆ। ਮੈਂ ਖੁਦ ਅਗਰ ਜ਼ਿਮੀਂਦਾਰ ਹਾਂ ਤਾਂ ਮੈਂ ਇਸ ਚੀਜ਼ ਨੂੰ ਬੜਾ ਅੱਛੀ ਤਰ੍ਹਾਂ ਅੰਡਰਸਟੈਂਡ ਕਰਨਾ ਕਿ ਉਹ ਮਸ਼ੀਨਾਂ, ਤੁਸੀਂ ਸਹੀ ਫਿਗਰ ਕਿਹਾ, 8 ਤੋਂ 10 ਮਣ ਦਾਣੇ, ਮੁੰਜੀ, ਕਣਕ ਔਰ ਮਕਈ ਦੇ ਵਿੱਚ ਵੀ ਈਵਨ ਕਿ ਛੱਲੀਆਂ, ਤੁੱਕੇ ਦੇ ਨਾਲ ਦਾਣੇ, ਉਹ ਸਾਰੇ ਜ਼ਾਇਆ ਹੁੰਦੇ ਨੇ 8 ਤੋਂ 10 ਮਣ। ਤੇ ਉਹ ਜਨਾਜ਼ਿਆਂ ਤੋਂ ਅੱਲਾ ਦਾ ਸ਼ੁਕਰ ਹੈ ਕਿ ਸਾਨੂੰ ਅਗਰ ਇੱਕ ਸਹੂਲਤ ਮਿਲ ਰਹੀ ਹੈ ਔਰ ਉਸ ਤੋਂ ਕਮ ਰੇਟ ਤੇ ਮਿਲ ਰਹੀ ਹੈ। ਸਾਡੀ ਅਗਰ ਲੇਬਰ ਕੱਟਦੀ ਹੈ ਜਾਂ ਉਹਦੀ ਬਾਅਦ ਛਲਾਈ ਕਰਦੀ ਹੈ, ਫਿਰ ਉਹਦੀ ਸ਼ੈਲਿੰਗ ਦਾ ਇੱਕ ਪ੍ਰੋਸੈਸ ਹੈ ਜਿਹਦੇ ਉੱਤੇ ਜ਼ਿਮੀਂਦਾਰ ਦਾ ਕਮ ਅਜ਼ ਕਮ 22 ਤੋਂ 24,000 ਰੁਪਇਆ ਖਰਚ ਆਉਂਦਾ ਹੈ। ਔਰ ਇਹ ਮਸ਼ੀਨ ਦਾ ਰੈਂਟ ਉਸ ਤੋਂ ਕਈ ਥੱਲੇ ਆ, ਕਮ ਹੈ ਨਾ, ਤਾਂ ਕਿ ਉਹਨੂੰ ਦਾਣਾ ਵੀ ਮਿਲ ਰਿਹਾ ਬਰ ਵਕਤ, ਉਹਦੇ ਟਾਈਮ ਦੀ ਬਚਤ ਹੈ, ਉਹਦੇ ਜਨਾਬ ਉਹਦੇ ਪੈਸੇ ਦੀ ਬਚਤ ਹੈ, ਫਿਰ ਉਹਦੇ ਜਿਹੜੀ ਕੁਆਲਿਟੀ ਮਿਲਣੀ ਉਹਨੂੰ ਦਾਣੇ ਦੀ, ਸਫਾਈ ਮਿਲਣੀ ਹੈ, ਉਹਦੀ ਵਜ੍ਹਾ ਤੋਂ ਉਹਨੂੰ ਮਾਰਕੀਟ 'ਚ ਰੇਟ ਜ਼ਿਆਦਾ ਮਿਲਣਾ। ਉਹਦੀ ਕਟਾਈ ਤਾਂ ਬਿਲਕੁਲ ਫ੍ਰੀ ਹੋ ਰਹੀ ਹੈ ਨਾ। ਅਗਰ ਉਹਨੂੰ ਰੇਟ 100 ਰੁਪਇਆ ਜਾਂ 150 ਰੁਪਇਆ ਜ਼ਿਆਦਾ ਮਿਲਦਾ ਹੈ ਪਰ ਮਨ, ਤੇ ਉਹਦੀ ਕਟਾਈ ਤਾਂ ਮੁਫਤ ਹੋ ਰਹੀ ਹੈ। ਔਰ ਉਹਦੇ ਨਾਲ ਇਹਦੀ ਕੁਆਲਿਟੀ ਕਿਉਂ ਅੱਛੀ ਹੈ ਕਿ ਇਹ ਜ਼ਮੀਨ ਦੇ ਨਾਲ ਬਿਲਕੁਲ ਛੱਲੀ ਲੱਗ ਹੀ ਨਹੀਂ ਰਹੀ। ਮਿੱਟੀ ਦੇ ਨਾਲ ਜਦੋਂ ਲੱਗਦੀ ਹੈ, ਰਾਤ ਵੱਢ ਕੇ ਗਏ, ਸਵੇਰ ਬਾਰਿਸ਼ ਆਣੀ ਹੈ, ਉਹ ਰਾਤ ਖਾਲੀਆਂ ਦੇ ਵਿੱਚ ਹੀ ਹੈ। ਜਿਵੇਂ ਉਹਨੇ ਨਮੀ ਲੈਣੀ ਹੈ, ਮਕਈ ਨੇ ਦੁਬਾਰਾ, ਜਿੰਨਾ ਕੋਈ ਚੀਜ਼ ਜ਼ਿਆਦਾ ਡਰਾਈ ਹੁੰਦੀ ਹੈ ਨਾ, ਉਹ ਫਿਰ ਨਮੀ ਨੂੰ ਉਨੀ ਤੇਜ਼ੀ ਨਾਲ ਜਿਹੜੀ ਹੈ ਨਾ ਉਹਨੂੰ ਅਬਜ਼ਾਰਵ ਵੀ ਕਰਦੀ ਹੈ, ਅਟਰੈਕਟ ਵੀ ਕਰਦੀ ਹੈ। ਉਹ ਦੁਬਾਰਾ ਤੋਂ ਉਹਨੂੰ ਫੰਗਸ ਲੱਗਣੀ ਹੈ ਜਾਂ ਸਾਦਾ ਲਫ਼ਜ਼ਾਂ 'ਚ ਕਹਾਂਗਾ ਉੱਲੀ ਲੱਗਣੀ ਹੈ, ਉਹਦਾ ਉਹ ਰੇਟ ਹੀ ਨਹੀਂ ਮਿਲਣਾ ਕਿਉਂਕਿ ਉਹਦੀ ਉਹ ਕੁਆਲਿਟੀ ਨਹੀਂ ਹੈ ਗ੍ਰੇਨ ਦੀ, ਦਾਣੇ ਦੀ। तो ये सारा ਜਿਹੜਾ ਪਰਪਸ है और फिर ਜਿਹੜਾ ਪਿੱਛੇ ਸਾਰੀ ਆਲੀ ਜਾਂ ਰੂੜੀ ਬਣ ਰਹੀ ਹੈ ਜਿਹੜੀ ਜ਼ਮੀਨ ਦੇ ਅੰਦਰ ਮਿਕਸ ਹੋਣੀ ਹੈ ਉਹਦੇ ਨਾਲ ਜ਼ਮੀਨ ਦੀ ਜ਼ਰਖੇਜ਼ੀ ਵਧਣੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 'ਚ ਸ਼ਾਮਲ ਨੇ। ਬਿਲਕੁਲ ਕਿਸੇ ਕਿਸਮ ਦਾ
ਕੋਈ ਨੁਕਸਾਨ ਇਸ ਮਸ਼ੀਨ ਦਾ ਅਗਰ ਕੋਈ ਲਾਸ ਹੈ ਤੇ 2% ਤੋਂ ਵੀ ਕਮ ਹੈ। ਜਿਹੜਾ ਸਮਝ ਲਓ ਕਿ ਕਿਉਂਕਿ ਮੈਂ ਅੱਗੇ ਦੱਸਿਆ ਕਿ ਖੇਲੀਆਂ ਉੱਤੇ ਲੱਗਣਾ ਹੈ, ਫਿਰ ਖੇਲੀਆਂ ਦੀ ਸਾਡੀ ਜਿਓਮੈਟਰੀ ਸੇਮ ਨਹੀਂ ਹੈ ਕਿ ਇੱਕ ਕਤਾਰ ਤੋਂ ਦੂਸਰੀ ਕਤਾਰ ਦਾ ਜਿਹੜਾ ਫਾਸਲਾ ਹੈ ਉਹ ਅਗਰ ਬਿਹਤਰੀਨ ਹੋਏ, ਮਸ਼ੀਨ ਦੇ ਨਾਲ ਮੈਚ ਕਰੇ। ਮੈਂ ਤੁਹਾਡੇ ਚੈਨਲ ਦੇ ਤਵੱਸਤ ਨਾਲ ਸਾਡੇ ਸਾਰੇ ਜ਼ਿਮੀਂਦਾਰਾਂ ਨੂੰ, ਪੂਰੇ ਪਾਕਿਸਤਾਨ ਦੇ ਜ਼ਿਮੀਂਦਾਰਾਂ ਨੂੰ ਜਾਂ ਕਮ ਅਜ਼ ਕਮ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਇਹ ਪੈਗਾਮ ਜ਼ਰੂਰ ਦੇਣਾ ਚਾਹਾਂਗਾ ਕਿ ਇੱਕ ਖਾਲੀ ਤੋਂ, ਇੱਕ ਲਾਈਨ ਤੋਂ ਦੂਸਰੀ ਲਾਈਨ ਦਾ ਫਾਸਲਾ ਉਹ ਤੁਸੀਂ ਕਮ ਅਜ਼ ਕਮ 24 ਇੰਚ ਰੱਖਣਾ ਹੈ। ਸਹੀ, ਯਾਨੀ ਕਿ 2 ਫੁੱਟ। ਉਹਦੇ ਨਾਲ ਤੁਹਾਡੀ ਪੈਦਾਵਾਰ ਵੀ ਵਧੇਗੀ ਔਰ ਬਾਅਦ 'ਚ ਤੁਹਾਨੂੰ ਮਸ਼ੀਨ ਦੇ ਨਾਲ ਕਟਾਈ ਦੇ ਵਿੱਚ ਕਿਸੇ ਕਿਸਮ ਦੇ ਨੁਕਸਾਨ ਦਾ ਸਾਹਮਣਾ ਨਹੀਂ ਹੋਏਗਾ। ਤੁਹਾਨੂੰ ਬਰ ਵਕਤ ਤੁਹਾਡੀ ਕਟਾਈ ਹੋ ਸਕੇਗੀ ਔਰ ਮਾਰਕੀਟ 'ਚ ਅੱਛਾ ਰੇਟ ਵੀ ਮਿਲੇਗਾ, ਤੁਹਾਡਾ ਵਕਤ ਬਚੇਗਾ, ਤੁਹਾਡਾ ਪੈਸਾ ਬਚੇਗਾ ਔਰ ਤੁਹਾਨੂੰ ਅੱਛਾ ਜਿਹੜਾ ਰੇਟ ਵੀ ਮਿਲੇਗਾ। ਸਹੀ। ਅੱਛਾ ਆਸਫ ਭਾਈ, ਅਗਰ ਇਹਦੇ ਨਾਲ ਕਟਾਈ ਕਰਵਾਉਣੀ ਹੋਵੇ ਮੱਕੀ ਦੀ ਤਾਂ ਉਹਦੇ ਵਾਸਤੇ ਨਮੀ ਕਿੰਨੀ ਕੁ ਹੋਣੀ ਚਾਹੀਦੀ ਆ ਮੱਕੀ ਦੇ ਅੰਦਰ, ਯਾਨੀ ਕਿ ਛੱਲੀ ਦੇ ਅੰਦਰ ਕਿੰਨੀ ਕੁ ਨਮੀ ਹੋਣੀ ਚਾਹੀਦੀ ਹੈ ਤੇ ਕਟਾਈ ਕਰ ਸਕਦੇ ਜਿਹੜਾ ਬਿਹਤਰੀਨ ਇਹਦੇ ਵਾਸਤੇ ਕੰਡੀਸ਼ਨ ਨੇ ਉਹਦੇ ਵਾਸਤੇ 20 ਤੋਂ ਥੱਲੇ ਨਮੀ ਹੋਏ, 20% ਤੋਂ ਥੱਲੇ ਮਾਸਚਰ 20 ਤੋਂ ਥੱਲੇ ਹੋਵੇ, ਮਾਸਚਰ 20 ਤੋਂ ਥੱਲੇ ਹੋਏ ਔਰ ਖਾਲੀ ਤੋਂ ਇੱਕ ਲਾਈਨ ਤੋਂ ਦੂਸਰੀ ਲਾਈਨ ਦਾ ਫਾਸਲਾ ਜਿਹੜਾ ਉਹ 24 ਇੰਚ ਹੋਏ ਤਾਂ ਕਿ ਉਹਦੇ ਰਿਜ਼ਲਟਸ ਆਣ, ਬਿਹਤਰੀਨ ਰਿਜ਼ਲਟਸ ਆਣ। ਸਹੀ ਸਹੀ। ਕੋਈ ਦਾਣਾ ਜ਼ਾਇਆ ਨਾ ਹੋਏ ਜਿਹਦੇ ਉੱਤੇ ਜ਼ਿਮੀਂਦਾਰ ਨੇ ਇੰਨੀ ਮਿਹਨਤ ਕੀਤੀ ਹੋਈ। ਸਹੀ, ਤੇ ਯਾਨੀ ਕਿ ਜ਼ਮੀਨ ਥੱਲੇ ਖੁਸ਼ਕ ਹੋਣੀ ਚਾਹੀਦੀ ਆ। ਹਾਂ, ਜ਼ਮੀਨ ਦੇਖੋ, ਜ਼ਮੀਨ ਤੇ ਹੁਣ ਵੈਸੇ ਹੀ ਇਸ ਸੀਜ਼ਨ 'ਚ ਖੁਸ਼ਕ ਹੁੰਦੀ ਹੈ। ਅਗਰ ਕੋਈ ਮਾਈਨਰ ਉਹ ਚੀਜ਼ ਹੁੰਦੀ ਵੀ ਹੈ ਤਾਂ ਜੇ ਮੋਇਸਚਰ ਅਗਰ ਬਿਹਤਰੀਨ ਹੈ, ਕਿਉਂਕਿ ਨਮੀ ਦਾ ਤਲਕ ਵੀ ਉਹਦੇ ਨਾਲ ਹੈ ਨਾ। ਨਮੀ ਅਗਰ ਤੁਹਾਡੇ ਪੌਦੇ 'ਚ ਨਹੀਂ ਹੈ ਤੇ ਮਤਲਬ ਇਹ ਆ ਕਿ ਜ਼ਮੀਨ ਦੇ ਵਿੱਚ ਇਹਨਾਂ ਦਿਨਾਂ 'ਚ ਵੈਸੇ ਹੀ ਨਮੀ, ਸਾਡੇ ਆਪਣੇ ਪਸੀਨੇ ਨਿਕਲ ਰਹੇ ਨੇ ਤੇ ਨਮੀ ਕਿੱਥੋਂ ਆਏਗੀ। ਅੱਛਾ ਆਸਫ ਸਾਹਿਬ, ਇਹ ਮਸ਼ੀਨ ਜਿੰਨੀ ਸਾਰੀ ਕੰਪਿਊਟਰ ਵਾਈਜ਼ ਆ? ਹਾਂ, ਇਹ ਮਸ਼ੀਨ ਦਾ ਬਿਲਕੁਲ ਪੂਰਾ ਇੱਕ ਪ੍ਰਸੀਜਨ ਇਸ ਮਸ਼ੀਨ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ। ਸਹੀ। ਹੈਡਰ ਦੀ ਸਪੀਡ ਕਿੰਨੀ ਹੋਏਗੀ, ਮਸ਼ੀਨ ਦੇ ਥੱਲੇ ਗਰਾਊਂਡ ਤੇ ਚੱਲਣ ਦੀ ਸਪੀਡ ਕਿੰਨੀ ਹੋਏਗੀ, ਜਿਹੜਾ ਡਰਮ ਜਿਹੜਾ ਨੂੰ ਥ੍ਰੈਸ਼ਿੰਗ ਕਰ ਰਿਹਾ ਕਨਕੇਵ ਜਾਂ ਰੂਟਰ ਉਹਦੀ ਸਪੀਡ ਕਿੰਨੀ ਹੋਏਗੀ, ਪਿੱਛੇ ਜਾਲੀਆਂ ਦੀ ਜਿਹੜੀ ਸਫਾਈ ਕਰ ਰਹੀਆਂ ਨੇ ਉਹਦੀ ਸਪੀਡ ਕਿੰਨੀ ਹੋਏਗੀ, ਫਿਰ ਜਦੋਂ ਦਾਣੇ ਅਨਲੋਡ ਕਰਨੇ ਨੇ ਉਹ ਬੂਮ ਦੇ ਲਾਉਣ ਦੀ ਸਪੀਡ ਕਿੰਨੀ ਹੋਏਗੀ। ਠੀਕ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪ੍ਰੀਸਾਈਜ਼ਲੀ ਮੋਨੀਟਰ ਹੁੰਦੀਆਂ ਨੇ ਔਰ ਕੰਟਰੋਲਡ ਨੇ। ਯਾਨੀ ਕਿ ਤੁਸੀਂ ਸਮਝਦੇ ਕਿ ਪਾਕਿਸਤਾਨੀ ਜ਼ਿਮੀਂਦਾਰਾਂ ਦਾ ਇੱਕ ਬੜਾ ਖੁਆਬ HBL ਜ਼ਰੀ ਸਰਵਿਸਿਜ਼ ਨੇ ਪੂਰਾ ਕੀਤਾ। ਅਲਹਮਦੁਲਿਲਾ ਇਹ ਮਸ਼ੀਨ ਜਿਹੜੀ ਹੈ ਸਾਡੀ ਬਿਲਕੁਲ ਐਨ ਜ਼ਰੂਰਤ ਹੈ। ਜਿਵੇਂ ਸਾਨੂੰ ਮੌਸਮਿਆਤੀ ਤਬਦੀਲੀਆਂ ਦਾ ਸਾਹਮਣਾ ਹੈ, ਦਿਨੇ ਰਾਤੀ ਮੌਸਮ ਕੁਛ ਹੁੰਦਾ ਹੈ, ਦਿਨੇ ਕੁਛ ਹੁੰਦਾ ਹੈ, ਜ਼ਮੀਨ ਦੀ ਤਿਆਰੀ 'ਚ ਮਸਲੇ ਨੇ, ਬਾਰਿਸ਼ ਆਣੀ ਹੈ, ਫਸਲ ਨੂੰ ਕਵਰ ਕਰਨਾ ਹੈ। ਬਹੁਤ ਸਾਰੇ ਜ਼ਿਮੀਂਦਾਰ ਟਾਈਮਲੀ ਅਗਰ ਹਾਰਵੈਸਟ ਨਹੀਂ ਕਰ ਪਾਉਂਦੇ, ਲੇਬਰ ਨਹੀਂ ਮਿਲਦੀ, ਠੀਕ ਹੈ, ਉਹਦੇ ਵਿੱਚ ਡਿਲੇ ਆਉਂਦਾ ਹੈ। ਹੁਣ 30 ਕਿੱਲੇ ਜਾਂ 50 ਕਿੱਲੇ ਕਰਨੇ ਨੇ, ਉਹਦੇ ਉੱਤੇ 10 ਦਿਨ ਲੱਗਣੇ ਨੇ ਜਾਂ 20 ਦਿਨ ਲੱਗਣੇ ਨੇ, ਤੇ ਉਹ ਸਾਰਾ ਟਾਈਮ ਅਗਰ ਉਸ ਦੌਰਾਨ ਬਾਰਿਸ਼ ਆਏਗੀ ਤੇ ਬਿਲਕੁਲ ਜ਼ਿਮੀਂਦਾਰ ਦਾ ਉੱਤੇ ਨੁਕਸਾਨ ਹੈ ਔਰ ਉਹਦੇ ਉੱਤੇ ਖਰਚਾ ਵੀ ਜ਼ਿਆਦਾ ਹੈ, ਉਹਦੇ ਉੱਤੇ ਐਕਸਪੈਂਸ ਵੀ ਜ਼ਿਆਦਾ ਹੈ। ਅੱਛਾ ਆਸਫ ਭਾਈ, ਇਹਦੀ ਕਟਾਈ ਕਿੰਨੀ ਚੱਲ ਰਹੀ ਹੈ ਇਸ ਵਕਤ? ਇਹਦੀ ਕਟਾਈ ਅਸਲ 'ਚ ਸਾਡੀ ਬਿਜ਼ਨਸ ਟੀਮ ਦੇਖਦੀ ਹੈ, ਜਿਹੜੇ ਉਹ ਨੰਬਰਸ ਲਿਖੇ ਨੇ ਸਾਰੇ ਨਾ। ਸਹੀ। ਉਹਨਾਂ ਦੇ ਨਾਲ ਸਾਡਾ ਜ਼ਿਮੀਂਦਾਰ ਰਾਬਤਾ ਕਰ ਲੇਗਾ ਜਿਸ ਏਰੀਏ ਤੋਂ ਉਹਦਾ ਤਲਕ ਹੈ। ਨਹੀਂ ਕੋਈ ਅੰਦਾਜ਼ਾ, ਚਲੋ ਥੋੜਾ ਬਹੁਤਾ ਜ਼ਿਮੀਂਦਾਰ ਨੇ ਕੋ ਆਪਣਾ ਜਮਾ ਤਫਰੀਕ ਅਸੀਂ ਕੋਈ ਸਾਡਾ ਬਿਜ਼ਨਸ ਟੀਮ ਵਾਲੇ ਕੋ 18,000 ਰੁਪਇਆ ਪਰ ਏਕੜ ਲੈ ਰਹੇ ਨੇ। ਸਹੀ ਸਹੀ ਸਹੀ। ਯਾਨੀ ਕਿ ਕਹਿ ਲਓ 18, ਮੇਰੇ ਹਿਸਾਬ ਦੇ ਨਾਲ ਤੇ ਜਿਹੜੀ ਦੂਸਰੀ ਆ ਉਹ ਤੇ 30-35 ਹਜ਼ਾਰ ਤੇ ਜਾ ਪੈਂਦੀ ਆ, ਛੱਲੀ ਤੜਵਾ ਕੇ ਕ੍ਰੈਸ਼ਿੰਗ ਕਰਾਉਣੀ ਬਹੁਤ ਮਹਿੰਗੀ ਪੈਂਦੀ ਹੈ। ਮੈਂ ਸਮਝਦਾ ਪੈਸੇ ਨੂੰ ਅਗਰ ਜ਼ਿਮੀਂਦਾਰ ਇੰਨੀ ਵੈਲਿਊ ਨਹੀਂ ਦਿੰਦਾ, ਅਸਲ ਉਹਦਾ ਟਾਈਮ ਕੀਮਤੀ ਹੈ। ਸਹੀ ਸਹੀ। ਦੇਖੋ ਨਾ, ਵੇਖੋ ਨਾਲ ਪਿੱਛੇ ਤੁਹਾਡੇ ਟਰੈਕਟਰ ਚੱਲ ਰਿਹਾ ਹੈ, ਇਧਰੋਂ ਸਵੇਰ ਫਸਲ ਕੱਟੀ ਸੀ, ਜ਼ਮੀਨ ਬਿਲਕੁਲ ਵਾਹ ਕੇ ਤਿਆਰ ਹੈ, 'ਚ ਪਾਣੀ ਲਾਣਾ ਹੈ, ਕੱਦੂ ਕਰਨਾ ਔਰ ਪਨੀਰੀ ਮੁੰਜੀ ਦੀ ਸ਼ਿਫਟ ਕਰ ਦੇਣੀ ਹੈ। ਸਹੀ ਸਹੀ। ਟਾਈਮ ਨਾਲ ਮੁੰਜੀ ਲੱਗੇਗੀ, ਟਾਈਮ ਨਾਲ ਉਹਦੀ ਕਟਾਈ ਹੋਏਗੀ, ਅੱਗੋਂ ਟਾਈਮ ਨਾਲ ਆਲੂ ਲਾਣਾ ਜਾਂ ਕਣਕ ਲਾਣੀ ਉਹ ਟਾਈਮ ਨਾਲ ਲੱਗ ਸਕੇਗੀ। ਇਹ ਜਿਹੜਾ ਟਾਈਮ ਹੈ ਨਾ ਉਹ ਜ਼ਿਆਦਾ, ਪੈਸੇ ਤੋਂ ਵੀ ਜ਼ਿਆਦਾ ਉਹ ਕੀਮਤੀ ਹੋ ਗਿਆ। 3 ਫਸਲਾਂ ਅਗਰ ਲੈ ਰਹੇ ਹੋ ਤੁਸੀਂ, ਅਗਰ ਮਸ਼ੀਨੀ ਕਾਸ਼ ਤੇ ਆ ਜਾਂਦੇ ਹੋ, ਮਸ਼ੀਨੀ ਬਰਦਾਸ਼ਤ ਤੇ ਆ ਜਾਂਦੇ ਹੋ, ਤੇ ਫਿਰ ਤੁਸੀਂ 3 ਦੀ ਬਜਾਏ 3.5 ਫਸਲਾਂ ਲੈ ਸਕਦੇ ਹੋ। ਅੱਛਾ ਆਸਫ ਭਾਈ, ਕੋ ਆਪਣਾ ਰਾਬਤਾ ਨੰਬਰ ਸ਼ੇਅਰ ਕਰੋ ਅਗਰ ਕਿਸੇ ਦੋਸਤ ਨੇ ਕਟਾਈ ਕਰਵਾਉਣੀ ਹੋਵੇ। ਕਟਾਈ ਵਾਸਤੇ ਇਹ ਰਾਬਤਾ ਨੰਬਰ ਮੌਜੂਦ ਨੇ। ਅਗਰ ਮਸ਼ੀਨ ਦੇ ਮੁਤਲਕ ਕੋਈ ਚੀਜ਼ ਚਾਹੀਦੀ ਹੈ, ਕੋਈ ਇਨਫੋਰਮੇਸ਼ਨ ਲੈਣੀ ਹੈ, ਮਸ਼ੀਨ ਦੇ ਮੁਤਲਕ ਕੋਈ ਸਵਾਲ ਹੈ, ਕਿਵੇਂ ਕੰਮ ਕਰਦੀ ਹੈ, ਇਹਦੇ ਵਾਸਤੇ ਕੀ ਰਿਕੁਆਇਰਮੈਂਟਸ ਨੇ, ਉਹਦੇ ਵਾਸਤੇ ਮੇਰਾ ਨੰਬਰ ਤੁਸੀਂ 0311 47 17 969। ਅੱਛਾ, ਆਪਣੀ ਸਰਵਿਸ ਪਾਕਿਸਤਾਨ ਦੇ ਕਿਹੜੇ ਇਲਾਕੇ ਦੇ ਅੰਦਰ ਹਾਜ਼ਰ ਹੈ? ਸਾਡੀ ਸਰਵਿਸ ਇਸ ਟਾਈਮ ਸਾਹੀਵਾਲ, ਪਾਕਪਤਨ, ਬੂਰੇਵਾਲਾ ਔਰ ਸਾਦੋ ਕੀ ਮੌਜੂਦ ਹੈ। ਅਸੀਂ ਇਨਸ਼ਾਅੱਲਾ ਇਹਦੇ ਨਾਲ ਇਹਨੂੰ ਐਕਸਪੈਂਡ ਕਰ ਰਹੇ ਹਾਂ। ਹਰ ਜ਼ਿਲ੍ਹੇ 'ਚ ਹਰ ਜ਼ਿਮੀਂਦਾਰ ਤੱਕ ਸਾਡੀ ਕੋਸ਼ਿਸ਼ ਹੈ ਪਹੁੰਚੀਏ ਔਰ ਸਾਡਾ ਅਸਲ ਟਾਰਗੇਟ ਉਹ ਛੋਟਾ ਜ਼ਿਮੀਂਦਾਰ ਹੈ ਜਿਹਦੇ ਕੋ ਮਸ਼ੀਨ ਵਾਲਾ ਜਾਂਦਾ ਹੀ ਨਖਰੇ ਕਰਦਾ। ਤੇਰੇ 5 ਕਿੱਲਿਆਂ ਵਾਸਤੇ ਮੈਂ ਹੁਣ 40 ਕਿਲੋਮੀਟਰ ਆਵਾਂਗਾ। ਸਹੀ ਸਹੀ। ਅਸੀਂ ਆਨੇ ਉਹ ਜ਼ਿਮੀਂਦਾਰ ਤੱਕ ਇਹ ਜਦੀਦ ਮਸ਼ੀਨ ਪਹੁੰਚੇ ਔਰ ਜਿਹੜੀ ਉਹਨੇ ਮਿਹਨਤ ਕੀਤੀ ਆਪਣੇ ਸਾਰੀ ਫਸਲ ਉੱਤੇ, ਉਹਦਾ ਰਿਜ਼ਲਟਸ ਉਹਨੂੰ ਮਿਲੇ, ਉਹਦੀ ਪਾਕਟ 'ਚ ਆਏ, ਉਹ ਦਾਣਾ ਜ਼ਾਇਆ ਨਾ ਹੋਏ ਔਰ ਸਾਡਾ ਉਹ ਫਾਰਮਰ ਇੰਪਾਵਰ ਹੋਏ, ਅਪ ਹੋਏ ਔਰ ਇਵੈਂਚੁਅਲੀ ਸਾਡਾ ਮੁਲਕ ਜਿਹੜਾ ਉਹ ਅਪ ਹੋਏ। ਠੀਕ ਹੈ ਆਸਫ ਸਾਹਿਬ, ਬੜੀ ਮਿਹਰਬਾਨੀ, ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਥੈਂਕ ਯੂ ਵੈਰੀ ਮਚ ਔਰ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ। ਲਓ ਜੀ ਦੋਸਤੋ, ਅਗਰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਤੇ ਚੈਨਲ ਸਬਸਕ੍ਰਾਈਬ ਕਰਨਾ।